ਪਰਾਲੀ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਨੂੰ ਕੋਸਿਆ, ਕਿਹਾ ਭਾਜਪਾ ਨੂੰ ਸਿਰਫ ਪੰਜਾਬ ਦੇ ਵਿੱਚ ਹੀ ਨਜ਼ਰ ਆ ਰਿਹਾ ਪ੍ਰਦੂਸ਼ਣ, ਮਦਦ ਦੀ ਬਜਾਏ ਕੀਤਾ ਜਾ ਰਿਹਾ ਬਦਨਾਮ, ਕਿਸਾਨ ਅੰਦੋਲਨ ਦਾ ਲਿਆ ਜਾ ਰਿਹਾ ਬਦਲਾ। ਜਗੀਰ ਕੌਰ ਤੇ ਅਕਾਲੀ ਦਲ ਦਾ ਵੱਡਾ ਐਕਸ਼ਨ, ਪਾਰਟੀ ਨੇ ਤੁਰੰਤ ਪ੍ਰਭਾਵ ਤੋਂ ਕੀਤਾ ਸਸਪੈਂਡ, ਕਿਹਾ ਕਈ ਵਾਰ ਹੋਈ ਸਮਝਾਉਣ ਦੀ ਕੋਸ਼ਿਸ਼, ਹੁਣ ਸਿਰਫ 48 ਘੰਟੇ ਹੋਰ ਕਰਾਂਗੇ ਜਵਾਬ ਦਾ ਇੰਤਜ਼ਾਰ। ਅਕਾਲੀ ਦਲ ਦਾ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਦੇ ਉੱਤੇ ਵੱਡਾ ਇਲਜ਼ਾਮ, ਕਿਹਾ ਸ਼੍ਰੋਮਣੀ ਕਮੇਟੀ ਨੂੰ ਤੋੜਨ ਦੇ ਵਿੱਚ ਲੱਗੇ ਨੇ ਇਕਬਾਲ ਸਿੰਘ ਲਾਲਪੁਰਾ, ਤੁਰੰਤ ਅਹੁਦੇ ਤੋਂ ਹਟਾਉਣ ਦੀ ਕੀਤੀ ਮੰਗ। ਖੌਫਨਾਕ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਦੇ ਵਿੱਚ ਸੀ ਜਲੰਧਰ ਤੋਂ ਫੜੇ ਗਏ ਗੈਂਗਸਟਰ, ਆਰਪੀਜੀ ਅਟੈਕ ਦੇ ਨਾਬਾਲਗ ਮੁਲਜ਼ਮ ਸਣੇ ਦੁਸ਼ਮਣ ਗੈਂਗ ਦੇ 2 ਬਦਮਾਸ਼ਾਂ ਨੂੰ ਮਾਰਨ ਦੀ ਰਚੀ ਗਈ ਸੀ ਸਾਜ਼ਿਸ਼, ਕਈ ਹਿੰਦੂ ਆਗੂਆਂ ਨੂੰ ਟਾਰਗੇਟ ਕਰਨ ਦਾ ਵੀ ਸੀ ਪਲਾਨ। ਗੈਂਗਸਟਰ ਦੀਪਕ ਟੀਨੂ ਦੇ ਸਾਥੀ ਕੁਲਦੀਪ ਨੂੰ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਲੈ ਕੇ ਆਈ ਸਟੇਟ ਆਪਰੇਸ਼ਨ ਸੈੱਲ, ਮੋਹਾਲੀ ਕੋਰਟ ਦੇ ਵਿੱਚ ਪੇਸ਼ ਕਰਕੇ ਲਿਆ 3 ਦਿਨ ਦਾ ਰਿਮਾਂਡ। ਕੁਲਦੀਪ ਅਤੇ ਟੀਨੂ ਦੀ ਫਰਾਰੀ 'ਚ ਮਦਦ ਦਾ ਹੈ ਇਲਜ਼ਾਮ। ਹਰਿਆਣਾ ਦੇ ਵਿੱਚ ਸਰਪੰਚੀ ਚੋਣਾਂ ਦੌਰਾਨ ਕਈ ਥਾਵਾਂ ਦੇ ਉੱਤੇ ਹੋਇਆ ਹੰਗਾਮਾ, ਝੱਜਰ ਦੇ ਪਿੰਡ ਜਾਹਿਦਪੁਰ ਦੇ ਵਿੱਚ 2 ਧਿਰਾਂ ਭਿੜੀਆਂ, ਧਨੂ ਦੇ ਵਿੱਚ ਕਈ ਪਿੰਡਾਂ ਦੇ ਲੋਕਾਂ ਨੇ ਕੀਤਾ ਪਤਲਾ। ਸਤਿ ਸ੍ਰੀ ਅਕਾਲ, ਸਵਾਗਤ ਹੈ, ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ। ਫਰਕ ਤਾਂ ਪੈਂਦਾ ਹੈ ਲੈ ਕੇ ਤੇ ਫਰਕ ਤਾਂ ਪੈਂਦਾ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਪਰਾਲੀ ਦੇ ਮੁੱਦੇ ਤੋਂ ਤੇ ਪਰਾਲੀ ਦੇ ਮੁੱਦੇ ਉੱਤੇ ਵਾਰ ਪਲਟਵਾਰ ਤੋਂ। ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਹਮਣੇ ਆਏ ਨੇ ਤੇ ਸਿੱਧੇ ਤੌਰ ਦੇ ਉੱਤੇ ਪਲਟਵਾਰ ਕਾਊਂਟਰ ਅਟੈਕ ਕਰ ਰਹੇ ਨੇ, ਖਾਸ ਤੌਰ ਤੇ ਬੀਜੇਪੀ ਦੇ ਉੱਤੇ, ਕੇਂਦਰ ਦੀ ਸਰਕਾਰ ਦੇ ਉੱਤੇ। ਪਰਾਲੀ ਦੇ ਮੁੱਦੇ ਉੱਤੇ ਸੀਐਮ ਮਾਨ ਨੇ ਇਹ ਸਟੇਟਮੈਂਟ ਜਾਰੀ ਕੀਤੀ ਅਤੇ ਕਿਹਾ ਕਿ ਬੀਜੇਪੀ ਕਿਸਾਨ ਵਿਰੋਧੀ ਹੈ। ਇਹ ਸੀਐਮ ਮਾਨ ਦੀ ਸਟੇਟਮੈਂਟ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਬਦਨਾਮ ਕਰਨਾ ਬੰਦ ਕਰੋ, ਇਹ ਬੀਜੇਪੀ ਨੂੰ ਕਹਿ ਰਹੇ ਨੇ। ਤੇ ਵੀ ਕਹਿ ਦਿੱਤਾ ਕਿ ਅਸੀਂ ਹੁਣ ਬਰਦਾਸ਼ਤ ਨਹੀਂ ਕਰਾਂਗੇ, ਪੰਜਾਬ ਦੇ ਕਿਸਾਨ ਬਹੁਤ ਜਾਗਰੂਕ ਹੋ ਚੁੱਕੇ ਨੇ, ਬੀਜੇਪੀ ਕਿਸਾਨ ਅੰਦੋਲਨ ਦਾ ਬਦਲਾ ਲੈ ਰਹੀ ਹੈ। ਤਾਂ ਕੇਂਦਰ ਦੀ ਸਰਕਾਰ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ। ਮੁੱਖ ਮੰਤਰੀ ਭਗਵੰਤ ਮਾਨ ਮੀਡੀਆ ਦੇ ਸਾਹਮਣੇ ਆਏ, ਪੰਜਾਬ ਦੇ ਨਾਮ ਤੇ ਆਪਣੇ ਵਿਰੋਧੀਆਂ ਦੇ ਨਾਮ ਵੀ ਇੱਕ ਤਰੀਕੇ ਨਾਲ ਇਹ ਸਟੇਟਮੈਂਟ ਸੀ, ਜਿਸ ਦੇ ਵਿੱਚ ਉਹਨਾਂ ਨੇ ਬਕਾਇਦਾ ਜ਼ਿਕਰ ਕਰਦੇ ਹੋਏ ਕੁਝ ਅੰਕੜੇ ਵੀ ਪੇਸ਼ ਕੀਤੇ, ਜਿਸ ਦੇ ਵਿੱਚ ਜ਼ਿਕਰ ਸੀ ਕਿ ਕਿੰਨੇ ਪਰਾਲੀ ਦੇ ਮਾਮਲੇ ਨੇ ਤੇ ਮੌਜੂਦਾ ਸਮੇਂ ਦੇ ਵਿੱਚ ਜਿਹੜਾ 에ਅਰ ਕੁਆਲਿਟੀ ਇੰਡੈਕਸ ਹੈ, ਜਿਹੜੀ ਹਵਾ ਦੀ ਗੁਣਵੱਤਾ ਦਾ ਇੱਕ ਪੈਮਾਨਾ ਹੁੰਦਾ ਹੈ AQI, ਉਸ ਦੇ ਵਿੱਚ ਪੰਜਾਬ ਦੇ ਕਿਹੜੇ ਸ਼ਹਿਰ ਨੇ ਜਿਨ੍ਹਾਂ ਦੇ ਵਿੱਚ ਸਥਿਤੀ ਖਰਾਬ ਹੈ। ਤੇ ਇਹ ਵੀ ਕਿਹਾ ਗਿਆ ਕਿ ਦਿੱਲੀ ਅਤੇ ਪੰਜਾਬ ਨੂੰ ਹੀ ਲਗਾਤਾਰ ਟਾਰਗੇਟ ਕੀਤਾ ਜਾ ਰਿਹਾ ਕੇਂਦਰ ਦੀ ਸਰਕਾਰ ਦੇ ਵੱਲੋਂ, ਬੀਜੇਪੀ ਦੇ ਵੱਲੋਂ, ਹਰਿਆਣਾ ਦੇ ਵੱਲੋਂ। ਤੇ ਉਸ ਨੂੰ ਲੈ ਕੇ ਸਵਾਲ ਸੀਐਮ ਦੇ ਵੱਲੋਂ ਚੁੱਕੇ ਗਏ। ਸਵਾਲ ਇਸ ਕਰਕੇ ਵੀ ਚੁੱਕੇ ਗਏ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਕਿਸਾਨ ਅੰਦੋਲਨ ਹੋਇਆ ਸੀ, ਜਿਸ ਦੇ ਜ਼ਰੀਏ 3 ਖੇਤੀ ਕਾਨੂੰਨ ਵਾਪਸ ਕਰਵਾ ਦਿੱਤੇ ਗਏ ਕਿਸਾਨਾਂ ਦੇ ਵੱਲੋਂ, ਧਰਨੇ ਪ੍ਰਦਰਸ਼ਨ ਤੋਂ ਬਾਅਦ ਕੇਂਦਰ ਦੀ ਸਰਕਾਰ ਨੇ ਉਹ ਖੇਤੀ ਕਾਨੂੰਨ ਵਾਪਸ ਲਏ ਸੀ, ਉਸ ਦਾ ਬਦਲਾ ਲਿਆ ਜਾ ਰਿਹਾ ਹੈ ਪੰਜਾਬ ਦੇ ਕਿਸਾਨਾਂ ਦੇ ਉੱਤੇ ਪ੍ਰਦੂਸ਼ਣ ਦੇ ਮਾਮਲੇ ਦੇ ਵਿੱਚ ਇਲਜ਼ਾਮ ਲਗਾ ਕੇ। ਭਾਈ ਚਾਹੀਦੇ ਹੈ ਅੰਨਦਾਤਾ, ਪਰ ਨਾਲ ਇਹ ਕਦੇ ਨਹੀਂ ਪੁੱਛਿਆ ਪੰਜਾਬ ਸਰਕਾਰ ਨੂੰ, ਸੈਂਟਰ ਸਰਕਾਰ ਨੇ, ਕਿ ਜੀ MSP ਤੇ ਵਿਕ ਰਿਹਾ ਹੈ ਝੋਨਾ, ਜਾਂ ਜਿਹੜਾ ਚਾਈਨੀਜ਼ ਬਾਹਰ ਆ ਗਿਆ ਸੀ ਕੁਛ ਏਰੀਏ ਦੇ ਵਿੱਚ, ਉੱਥੇ ਕਿੰਨਾ ਕੁ ਝਾੜ ਘਟਿਆ, ਉਹਦਾ ਮੁਆਵਜ਼ਾ ਦੇਣ ਬਾਰੇ ਸਾਨੂੰ ਰਿਪੋਰਟ ਦੇ ਦਿਓ। ਇਹ ਕਦੇ ਨਹੀਂ ਪੁੱਛਿਆ। ਹਾਂ, ਇੰਨਾ ਜ਼ਰੂਰ ਪੁੱਛ ਲੈਂਦੇ ਨੇ, ਆਹ ਪਏ ਨੇ ਮੇਰੇ ਕੋਲ ਆ ਚਿੱਠੀਆਂ ਦਾ ਪਲੰਦਾ ਇਹਨਾਂ ਦਾ ਪਿਆ, ਹਰ ਚਿੱਠੀ 'ਚ ਪੁੱਛ ਲੈਂਦੇ ਨੇ ਕਿੰਨੇ ਪਰਚੇ ਦਰਜ ਕਰਤੇ ਜੀ, ਪਿਛਲੀ ਵਾਰ ਨਾਲੋਂ ਕਿੰਨੇ ਵੱਧ ਪਰਚੇ ਦਰਜ ਕਰਤੇ ਜੀ। ਕੀ ਗੱਲ ਜੀ, ਪੰਜਾਬ ਦੇ ਕਿਸਾਨਾਂ ਨੂੰ ਤੁਸੀਂ ਅਪਰਾਧੀ ਸਮਝ ਰਹੇ ਹੋ? ਪਹਿਲਾਂ ਤਾਂ ਉਹਨਾਂ ਤੋਂ ਚੌਲ ਲੈਂਦੇ ਹੋ, ਉਦੋਂ ਅੰਨਦਾਤਾ, ਚੌਲ ਲੈਣ ਤੋਂ ਬਾਅਦ ਇਮੀਡੀਏਟਲੀ ਬਾਅਦ ਅਗਲੀ ਫਸਲ ਬੀਜਣ ਤੋਂ ਪਹਿਲਾਂ ਅਪਰਾਧੀ, ਪਰਚੇ ਦਰਜ ਕਰ ਦਿਓ ਜੀ, ਸਾਨੂੰ ਰਿਪੋਰਟ ਦਿਓ ਜੀ ਕਿੰਨੇ ਪਰਚੇ ਦਰਜ ਕੀਤੇ ਨੇ, DCs ਨੂੰ ਆਰਡਰ ਦਿਓ ਜੀ, ਰੈੱਡ ਜ਼ੋਨ ਬਣਾਓ ਜੀ, ਫਲਾਣਾ ਧਿਮਕਾ। ਐਦਾਂ ਥੋੜ੍ਹੀ ਮਸਲੇ ਹੱਲ ਹੋਣਗੇ। ਤੁਸੀਂ ਤਾਂ ਦੇਖੋ, ਕਬੂਤਰ ਦੇ ਅੱਖਾਂ ਨੀਚੇ ਨਾ ਬਿੱਲੀ ਨਹੀਂ ਭੱਜਦੀ। ਮੈਂ ਸੈਂਟਰ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਅੰਦੋਲਨ ਹੋਇਆ, ਜਿੱਥੇ ਘਮੰਡ ਟੁੱਟਿਆ ਸੀਗਾ ਸੈਂਟਰ ਸਰਕਾਰ ਦਾ, ਸ਼ਾਇਦ ਉਹਦੇ ਕਰਕੇ ਇਹ ਪੰਜਾਬ ਦੇ ਕਿਸਾਨਾਂ ਨੂੰ ਚਾਹੁੰਦੇ ਹੀ ਨਹੀਂ ਕਿ ਉਹ ਪੰਜਾਬ ਦੇ ਕਿਸਾਨ ਜਿਹੜੇ ਨੇ ਉੱਭਰ ਜਾਣ, ਜਾਂ ਪੰਜਾਬ ਦੇ ਕਿਸਾਨ ਜਿਹੜੇ ਨੇ ਉਹ ਖੁਸ਼ਹਾਲ ਰਹਿਣ, ਬਦਨਾਮ ਕਰਨ ਤੇ ਲੱਗੇ ਹੋਏ। ਸਖਤ ਵਿਰੋਧ ਕਰਦੇ ਹਾਂ ਇਸ ਗੱਲ ਦਾ। ਦਿੱਲੀ, ਪੰਜਾਬ, ਅੱਛਾ ਜੀ, ਫਿਰ ਬਾਕੀ ਸਾਰੇ ਜਿਹੜੇ ਸੂਬੇ ਨੇ ਉਹ ਸਵਿਟਜ਼ਰਲੈਂਡ ਬਣ ਗਏ, ਉੱਥੇ ਕੋਈ ਜਿਹੜਾ ਪੋਲੂਸ਼ਨ ਨਹੀਂ ਹੋ ਰਿਹਾ। ਜਦ ਕਿ ਮੈਂ ਤੁਹਾਨੂੰ 에ਅਰ ਕੁਆਲਿਟੀ ਇੰਡੈਕਸ ਦਿਖਾ ਰਿਹਾ, ਇਹ ਮੈਂ ਤਾਂ ਨਹੀਂ ਬਣਾਇਆ ਜੀ, ਇਹ ਤਾਂ NGT ਨੇ ਬਣਾਇਆ, ਇਹ ਤਾਂ ਵਾਤਾਵਰਨ ਵਿਭਾਗ ਨੇ ਬਣਾਇਆ। ਸੋ ਇਸ ਕਰਕੇ ਇੱਥੋਂ ਸਿੱਧਾ ਹੀ ਪਤਾ ਲੱਗਦਾ ਹੈ ਕਿ ਰਾਜਨੀਤੀ ਕਰਨੀ ਹੈ।
ਜੇ ਰਾਜਨੀਤੀ ਕਰਨੀ ਕਰੀ ਜਾਓ। ਸਿਰਫ ਦਿੱਲੀ ਤੇ ਪੰਜਾਬ ਉਹ ਅੱਗ ਕੀ, ਉਹ ਤਾਂ ਝੋਨੇ ਤੋਂ ਵੀ ਖਹਿੜਾ ਛੱਡਣਾ ਚਾਹੁੰਦੇ ਨੇ, ਪਰ ਕੋਈ ਆਪਸ਼ਨ ਤਾਂ ਦਿਓ, ਕੋਈ MSP ਤਾਂ ਦਿਓ ਕਿਸੇ ਫਸਲ ਤੇ। MSP ਦੇਣ ਵਾਰ ਤੁਸੀਂ ਮੁੱਕਰ ਜਾਂਦੇ ਹੋ। ਚਾਵਲ ਲੈਣ ਤੋਂ ਬਾਅਦ ਪਰਾਲੀ ਦੇ ਹੱਲ ਕੋਈ ਦੇਵੇ ਕੋਈ ਸਟੇਟ, ਉਹ ਤੇ ਤੁਸੀਂ ਗੌਰ ਨਹੀਂ ਕਰਦੇ। ਐਂ ਕਰੋ ਜੀ, ਉਤਸ਼ਾਹਿਤ ਕਰੋ। ਅਸੀਂ ਮਸ਼ੀਨਾਂ ਵੀ 1,20,000 ਦੇ ਕਰੀਬ ਮਸ਼ੀਨਾਂ ਦਿੱਤੀਆਂ, ਅਖਬਾਰਾਂ 'ਚ ਐਡਾਂ ਦਿੱਤੀਆਂ, TV 'ਚ ਐਡਾਂ ਦਿੱਤੀਆਂ, ਗੁਰਦੁਆਰਾ ਸਾਹਿਬ 'ਚ ਅਨਾਉਂਸਮੈਂਟਾਂ ਕਰਾਈਆਂ। ਪੰਜਾਬ ਦੇ ਲੋਕ ਅੱਗ ਨਹੀਂ ਲਾਉਣਾ ਚਾਹੁੰਦੇ। ਇਸ ਗੱਲ ਦਾ ਸਭ ਤੋਂ ਵੱਡਾ ਸਬੂਤ ਹੈ ਕਿ 125 ਪਿੰਡਾਂ ਦੇ ਸਮੂਹ, 125 ਪਿੰਡਾਂ ਦੇ ਸਮੂਹ, ਕਿਤੇ 120 ਪਿੰਡਾਂ ਦੇ ਸਮੂਹ ਨੇ, ਪੰਚਾਇਤਾਂ ਨੇ ਮਤੇ ਪਾਤੇ ਕਿ ਅਸੀਂ ਅੱਗ ਨਹੀਂ ਲਾਉਣੀ। ਇਹਦਾ ਮਤਲਬ ਅੱਗ ਦਿਲੋਂ ਨਹੀਂ ਲਾਉਣਾ ਚਾਹੁੰਦੇ, ਮਜਬੂਰੀ ਹੈ। ਤਾਂ ਪਰਾਲੀ ਦੇ ਮੁੱਦੇ ਉੱਤੇ ਆਮੋ ਸਾਹਮਣੇ ਨੇ ਤੇ ਜਦੋਂ CM ਆ ਕੇ ਸਿੱਧੇ ਤੌਰ ਦੇ ਉੱਤੇ ਇਲਜ਼ਾਮ ਲਗਾਉਣ ਕਿ ਕੇਂਦਰ ਦੀ ਸਰਕਾਰ ਬਦਲਾ ਲੈ ਰਹੀ ਹੈ ਕਿਸਾਨ ਅੰਦੋਲਨ ਦਾ, ਫਿਰ ਫਰਕ ਤਾਂ ਪੈਂਦਾ ਹੈ। ਅੱਗੇ ਵਧਦਿਆਂ ਟੁੱਟੇ ਪਰਾਲੀ ਜਲਾਉਣ ਦੇ ਰਿਕਾਰਡ ਜਾਂ ਪਰਾਲੀ ਸਾੜਨ ਦੇ ਵੀ ਰਿਕਾਰਡ ਟੁੱਟਦੇ ਹੋਏ ਨਜ਼ਰ ਆ ਰਹੇ ਨੇ। ਲਗਾਤਾਰ ਇਸ ਤਰੀਕੇ ਨਾਲ ਮਾਮਲੇ ਸਾਹਮਣੇ ਆਉਂਦੇ ਨੇ। ਤਾਂ ਸੀਜ਼ਨ ਦੀ ਸਭ ਤੋਂ ਵੱਧ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਨੇ। ਪਰਾਲੀ ਸਾੜਨ ਦੇ ਅੱਜ 3634 ਮਾਮਲੇ ਸਾਹਮਣੇ ਆਏ। ਸੰਗਰੂਰ ਦੇ ਵਿੱਚ ਸਭ ਤੋਂ ਜ਼ਿਆਦਾ 677 ਥਾਵਾਂ ਦੇ ਉੱਤੇ ਪਰਾਲੀ ਨੂੰ ਅੱਗ ਲਗਾਈ ਗਈ। ਤਾਂ ਇੱਕ ਵਾਰ ਫਿਰ ਤੋਂ ਕਿਉਂਕਿ 31 ਤਰੀਕ ਨੂੰ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਸੀ ਸੀਜ਼ਨ ਦੇ, ਤੇ ਉਸ ਤੋਂ ਬਾਅਦ ਹੁਣ 2 ਨਵੰਬਰ ਦਾ ਜਿਹੜਾ ਅੰਕੜਾ ਹੁਣ ਤੱਕ ਸਾਹਮਣੇ ਆਇਆ ਹੈ ਉਹ ਤੁਹਾਨੂੰ ਦੱਸ ਰਹੇ ਹਾਂ 3634 ਕੇਸਿਸ ਇੱਕ ਦਿਨ ਦੇ ਵਿੱਚ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਪਰਾਲੀ ਸਾੜਨ ਦੇ ਸਾਹਮਣੇ ਆਏ ਨੇ। ਔਰ ਸੰਗਰੂਰ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਕਿਉਂਕਿ ਲਗਾਤਾਰ ਸੰਗਰੂਰ ਤੋਂ ਇਹ ਖਬਰਾਂ ਆ ਰਹੀਆਂ ਨੇ ਕਿ ਉੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ। ਤਾਂ ਸੰਗਰੂਰ ਦੇ ਵਿੱਚ ਸਭ ਤੋਂ ਵੱਧ 677 ਮਾਮਲੇ ਸਾਹਮਣੇ ਆਏ ਨੇ ਜਿੱਥੇ ਪਰਾਲੀ ਨੂੰ ਅੱਗ ਲਗਾਈ ਗਈ ਹੈ। ਤਾਂ ਅੰਕੜੇ ਦੱਸ ਰਹੇ ਨੇ ਕਿ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ ਤੇ ਧੂਆਂ ਹੋ ਰਿਹਾ ਤੇ ਉਸ ਦੀ ਵਜ੍ਹਾ ਦੇ ਨਾਲ ਇੱਕ ਵੱਡੀ ਸਮੱਸਿਆ ਜ਼ਰੂਰ ਬਣੀ ਹੋਈ ਹੈ। ਉਧਰ ਪਰਾਲੀ ਦਾ ਧੂਆਂ ਸਿਆਸੀ ਫਿਜ਼ਾਵਾਂ ਤੱਕ ਵੀ ਪਹੁੰਚ ਰਿਹਾ ਹੈ ਤੇ ਪਰਾਲੀ ਦੀ ਅੱਗ ਦੇ ਉੱਤੇ ਸਿਆਸੀ ਇਲਜ਼ਾਮ ਤਰਾਸ਼ੀਆਂ ਦਾ ਦੌਰ ਵੀ ਜਾਰੀ ਹੈ। ਕੇਂਦਰ ਬਨਾਮ ਆਮ ਆਦਮੀ ਪਾਰਟੀ ਦਾ ਮਾਹੌਲ ਬਣਿਆ ਹੋਇਆ ਤੇ ਕਦੇ ਕੇਂਦਰ ਸਰਕਾਰ ਪੰਜਾਬ ਸਰਕਾਰ ਤੇ ਕਦੇ ਦਿੱਲੀ ਸਰਕਾਰ ਤੇ ਹਮਲਾ ਬੋਲਦੀ ਹੈ ਤਾਂ ਕਦੇ ਆਮ ਆਦਮੀ ਪਾਰਟੀ ਕੇਂਦਰ ਸਰਕਾਰ ਤੇ। ਹੁਣ ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਮੀਡੀਆ ਦੇ ਸਾਹਮਣੇ ਆਏ ਅਤੇ ਪਰਾਲੀ ਦੇ ਪ੍ਰਦੂਸ਼ਣ ਦਾ ਠੀਕਰਾ ਕੇਂਦਰ ਦੇ ਸਿਰ ਭੰਨ ਦਿੱਤਾ। पराली इसलिए नहीं कम हो रही है क्योंकि केंद्र सरकार ने सहयोग देने से मना कर दिया। 500 रुपए सहयोग देने के लिए तैयार थी पंजाब की सरकार। दिल्ली के मुख्यमंत्री अरविंद केजरीवाल ने निर्णय लिया कि 500 रुपए हम भी सहयोग करेंगे। केंद्र सरकार को सहयोग करने की जब बारी आई, केंद्र सरकार ने हाथ खड़ा कर लिया। अगर केंद्र सरकार ने अगर इंसेंटिव दिया होता तो आज पंजाब के अंदर पराली की घटनाएं इतनी नहीं होती। ਗੱਲ ਸਹਿਯੋਗ ਦੀ ਵੀ ਸੀ ਪਰ ਪਰਾਲੀ ਦੇ ਧੂਏ ਦੇ ਗੁਬਾਰ ਅਸਮਾਨ ਨੂੰ ਛੋ ਰਹੇ ਨੇ ਤੇ ਇਲਜ਼ਾਮ ਤਰਾਸ਼ੀਆਂ ਵੀ ਖੂਬ ਹੋ ਰਹੀਆਂ ਨੇ। ਖੈਰ ਇਲਜ਼ਾਮ ਤਾਂ ਬਹੁਤ ਲੱਗ ਰਹੇ ਨੇ ਪਰ ਇਸ ਸਭ ਦੇ ਵਿਚਾਲੇ ਹੱਲ ਨਹੀਂ ਮਿਲ ਰਿਹਾ ਕਿ ਕਿਸਾਨ ਕਰਨ ਕੀ। ਜੇ ਪਰਾਲੀ ਨੂੰ ਅੱਗ ਨਾ ਲਗਾਉਣ ਤਾਂ ਫਿਰ ਕਰਨ ਕੀ। ਉਧਰ ਪਰਾਲੀ ਪ੍ਰਬੰਧਨ ਦੇ ਲਈ MP ਸਿਮਰਨਜੀਤ ਸਿੰਘ ਮਾਨ ਨੇ ਕੇਂਦਰ ਸਰਕਾਰ ਨੂੰ ਇੱਕ ਸਲਾਹ ਦਿੱਤੀ ਹੈ ਤੇ ਇੱਕ ਪਾਸੇ ਕੇਂਦਰ ਸਰਕਾਰ ਤੇ ਦਿੱਲੀ ਸਰਕਾਰ ਆਮੋ ਸਾਹਮਣੇ ਨੇ ਤੇ ਦਿੱਲੀ ਸਰਕਾਰ ਦੇ ਨਿਸ਼ਾਨੇ ਤੇ ਹਰਿਆਣਾ ਸਰਕਾਰ ਹੈ ਤਾਂ ਉਧਰ ਪੰਜਾਬ ਤੇ ਹਰਿਆਣਾ ਸਰਕਾਰਾਂ ਵੀ ਪਰਾਲੀ ਨੂੰ ਲੈ ਕੇ ਆਮੋ ਸਾਹਮਣੇ ਦੀ ਸਥਿਤੀ ਵਿੱਚ ਨੇ। ਤਾਂ ਉੱਥੇ ਹੀ ਸੰਗਰੂਰ ਤੋਂ MP ਸਿਮਰਨਜੀਤ ਸਿੰਘ ਮਾਨ ਨੇ ਪਰਾਲੀ ਨੂੰ ਲੈ ਕੇ ਨਿਸ਼ਾਨਾ ਸਾਧਣ ਦੀ ਥਾਂ ਸਲਾਹ ਦਿੱਤੀ ਹੈ ਤੇ ਇਸ ਸਲਾਹ ਦੇ ਉੱਤੇ ਕੇਂਦਰ ਤੇ ਸੁਪਰੀਮ ਕੋਰਟ ਨੂੰ ਧਿਆਨ ਦੇਣ ਦੀ ਮੰਗ ਵੀ ਕੀਤੀ। सेंट्रल सरकार को कोई स्कीम बनानी चाहिए कि ये जो पराली है इसको कैसे अलग करके इसको इस्तेमाल किया जाए, इसका गत्ता बने, इसकी लकड़ी बने, इसके लिए फैक्ट्री पैदा करें जिसके साथ ये सारा जो पराली है ये खप हो जाए। MP ਮਾਨ ਦੇ ਮੁਤਾਬਿਕ ਪਰਾਲੀ ਦਾ ਹੱਲ ਜਲਦ ਤੋਂ ਜਲਦ ਲੱਭਣਾ ਚਾਹੀਦਾ ਹੈ ਕਿਉਂਕਿ ਜਿੱਥੇ ਲੋਕ ਧੂਏ ਦੇ ਨਾਲ ਪਰੇਸ਼ਾਨ ਨੇ ਤਾਂ ਉੱਥੇ ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦੀ ਵੀ ਬੇਇੱਜ਼ਤੀ ਹੋ ਰਹੀ ਹੈ। ਤਾਂ ਸਲਾਹ ਤਾਂ ਇਸ ਸਮੇਂ ਜ਼ਰੂਰ ਦਿੱਤੀ ਜਾ ਰਹੀ ਹੈ ਪਰ ਕੀ ਅਮਲ ਹੋਏਗਾ ਕਿ ਵਾਕਈ ਇਹ ਸਿਮਰਨਜੀਤ ਸਿੰਘ ਮਾਨ ਦੀ ਸਲਾਹ ਦੇ ਨਾਲ ਪ੍ਰਦੂਸ਼ਣ ਵਾਲਾ ਪੂਰਾ ਮੁੱਦਾ ਹੱਲ ਹੋ ਸਕਦਾ ਹੈ ਪਰਾਲੀ ਵਾਲਾ। ਉਧਰ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਪ੍ਰਦੂਸ਼ਣ ਨੇ ਲੋਕਾਂ ਦੀ ਟੈਨਸ਼ਨ ਨੂੰ ਵਧਾਉਣਾ ਵੀ ਸ਼ੁਰੂ ਕਰ ਦਿੱਤਾ ਹੈ। ਹਾਲ ਇਹ ਨੇ ਕਿ ਦਿੱਲੀ NCR ਦੇ ਵਿੱਚ ਕਈ ਥਾਵਾਂ ਦੇ ਉੱਤੇ 에ਅਰ ਕੁਆਲਿਟੀ ਇੰਡੈਕਸ 400 ਦੇ ਨੇੜੇ ਹੈ। ਹਾਲਾਤ ਇੰਨੇ ਖਰਾਬ ਨੇ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਮਦਦ ਦੇ ਨਾਲ ਕਈ ਇਲਾਕਿਆਂ ਦੇ ਵਿੱਚ ਪਾਣੀ ਦੀਆਂ ਬੁਛਾੜਾਂ ਕਰਨੀਆਂ ਪਈਆਂ। ਹੁਣ ਹਾਲਾਤ ਹੋਰ ਜ਼ਿਆਦਾ ਖਰਾਬ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ITO के पुल पर खड़े हुए हैं और मैं आपको दिखाना चाहूँगा, अपने कैमरा पर्सन रविंदर से कहूँगा कि वो आपको दिखाएं कि किस तरह
एक बड़ा स्मॉग देखने को मिल रहा है। आप देख सकते हैं कि जो फिलहाल सफेद चादरों में लिपटा हुआ ये पूरा जो इलाका आपको दिख रहा है, ये स्मॉग है, पोल्यूशन है, जिसकी वजह से फिलहाल धुंधली स्थिति दिख रही है। ਅਜੇ ਸਰਦੀ ਦਾ ਮੌਸਮ ਸ਼ੁਰੂ ਹੀ ਹੋਇਆ ਹੈ ਅਤੇ ਦਿੱਲੀ ਐਨਸੀਆਰ ਦੇ ਵਿੱਚ ਪ੍ਰਦੂਸ਼ਣ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ। ਹਵਾ ਬੇहद ਖਰਾਬ ਪੱਧਰ ਤੱਕ ਪਹੁੰਚੀ ਹੈ। ਪੰਜਾਬ 'ਚ ਵੱਧਦੀ ਪਰਾਲੀ ਸੜਨ ਦੀਆਂ ਘਟਨਾਵਾਂ ਦੇ ਚੱਲਦੇ ਆਉਣ ਵਾਲੇ ਦਿਨਾਂ 'ਚ ਦਿੱਲੀ ਐਨਸੀਆਰ ਦੀ ਹਵਾ ਹੋਰ ਜ਼ਿਆਦਾ ਪ੍ਰਦੂਸ਼ਿਤ ਹੋ ਸਕਦੀ ਹੈ। ਖੈਰ, ਜਦੋਂ ਪਰਾਲੀ ਜਾਂ ਫਿਰ ਪ੍ਰਦੂਸ਼ਣ ਦੀ ਵਜ੍ਹਾ ਦੇ ਨਾਲ ਲੋਕਾਂ ਨੂੰ ਸਾਹ ਲੈਣਾ ਔਖਾ ਹੋ ਜਾਵੇ, ਉਹ ਚਾਹੇ ਫਿਰ ਜਨਤਾ ਪੰਜਾਬ ਦੀ ਹੋਵੇ, ਹਰਿਆਣਾ ਦੀ, ਦਿੱਲੀ ਦੀ ਜਾਂ ਫਿਰ ਦੇਸ਼ ਦੇ ਕਿਸੇ ਹੋਰ ਕੋਨੇ ਦੀ, ਪਰ ਜਦੋਂ ਬੱਚਿਆਂ ਨੂੰ, ਬਜ਼ੁਰਗਾਂ ਨੂੰ ਸਾਹ ਲੈਣ 'ਚ ਦਿੱਕਤ ਆ ਰਹੀ ਹੋਵੇ ਔਰ ਇੰਨਾ ਜ਼ਿਆਦਾ ਪ੍ਰਦੂਸ਼ਣ ਹੋਵੇ, ਫਿਰ ਫਰਕ ਤਾਂ ਪੈਂਦਾ। ਹੁਣ ਅਗਲੀ ਖਬਰ ਦਾ ਰੁਖ ਕਰਦੇ ਹਾਂ। ਬੀਬੀ ਜਗੀਰ ਕੌਰ ਦਾ ਜ਼ਿਕਰ ਹੋਵੇਗਾ। ਐਕਸ਼ਨ ਹੋਇਆ ਹੈ ਅਕਾਲੀ ਦਲ ਦੇ ਵੱਲੋਂ ਬੀਬੀ ਜਗੀਰ ਕੌਰ ਦੇ ਖਿਲਾਫ, ਸਸਪੈਂਡ ਕਰ ਦਿੱਤਾ ਗਿਆ ਜਾਂ ਫੌਰੀ ਪ੍ਰਭਾਵ ਦੇ ਨਾਲ ਬੀਬੀ ਜਗੀਰ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ। ਬੀਬੀ ਜਗੀਰ ਕੌਰ ਨੂੰ ਅਕਾਲੀ ਦਲ ਦੇ ਵੱਲੋਂ ਸਸਪੈਂਡ ਕੀਤਾ ਗਿਆ ਤੇ ਨਾਲ ਹੀ 48 ਘੰਟਿਆਂ ਦੇ ਵਿੱਚ ਜਵਾਬ ਵੀ ਤਲਬ ਕੀਤਾ ਗਿਆ ਹੈ। ਦਰਅਸਲ ਅਨੁਸ਼ਾਸਨੀ ਕਮੇਟੀ ਦੀ ਬੈਠਕ ਦੇ ਵਿੱਚ ਇਹ ਫੈਸਲਾ ਹੋਇਆ। ਸਿਕੰਦਰ ਸਿੰਘ ਮਲੂਕਾ ਪ੍ਰੈਸ ਕਾਨਫਰੰਸ ਕਰਨਾ ਹੈ ਤੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਜ਼ਿਕਰ ਕਰ ਦਿੱਤਾ ਕਿ ਜਿਸ ਤਰੀਕੇ ਨਾਲ ਐਸਜੀਪੀਸੀ ਦੀ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਬੀਬੀ ਜਗੀਰ ਕੌਰ ਦੀਆਂ ਸਟੇਟਮੈਂਟਸ ਪਿਛਲੇ ਕੁਝ ਦਿਨਾਂ ਦੇ ਵਿੱਚ ਸੁਣਨ ਨੂੰ ਮਿਲੀਆਂ ਨੇ ਤੇ ਉਸ ਤੋਂ ਬਾਅਦ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਹੋਈ ਹੈ, ਪਰ ਬਾਵਜੂਦ ਇਸ ਦੇ ਉਹ ਲਗਾਤਾਰ ਇਸ ਤਰੀਕੇ ਨਾਲ ਸਟੇਟਮੈਂਟਸ ਦਿੰਦੇ ਰਹੇ ਤੇ ਹੁਣ ਪਾਰਟੀ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਹੈ ਤੇ ਦੂਜੇ ਪਾਸੇ 48 ਘੰਟਿਆਂ ਦੇ ਵਿੱਚ ਜਵਾਬ ਤਲਬ ਕੀਤਾ ਗਿਆ। ਨਾਲ ਹੀ ਇਹ ਵੀ ਕਿਹਾ ਗਿਆ ਕਿ ਫੌਰੀ ਤੌਰ ਦੇ ਉੱਤੇ ਪਹਿਲਾਂ ਤੁਸੀਂ ਆ ਕੇ ਮੀਡੀਆ ਦੇ ਸਾਹਮਣੇ ਇਹ ਸਾਫ਼ ਕਰੋ ਕਿ ਤੁਸੀਂ ਐਸਜੀਪੀਸੀ ਇਲੈਕਸ਼ਨ ਤੋਂ ਖੁਦ ਨੂੰ ਵੱਖ ਕਰ ਰਹੇ ਹੋ ਤੇ ਜੋ ਆਪਣਾ ਜਵਾਬ ਰੱਖਣਾ ਤੁਸੀਂ 48 ਘੰਟਿਆਂ ਦੇ ਅੰਦਰ ਉਹ ਪਾਰਟੀ ਪਲੇਟਫਾਰਮ ਦੇ ਉੱਤੇ ਹੀ ਰੱਖਿਆ ਜਾਵੇ। ਸੁਣਵਾਉਂਦੇ ਹਾਂ ਤੁਹਾਨੂੰ ਕੀ ਕੁਝ ਕਿਹਾ ਗਿਆ ਹੈ ਜਦੋਂ ਸਿਕੰਦਰ ਸਿੰਘ ਮਲੂਕਾ ਬੋਲ ਰਹੇ ਸਨ। ਦੇ ਨਾਲ ਪਾਰਟੀ ਦੇ ਵਿੱਚੋਂ ਮਤਲਬ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ 48 ਘੰਟਿਆਂ ਦਾ ਨੋਟਿਸ ਦਿੱਤਾ ਜਾਂਦਾ ਹੈ। 48 ਘੰਟਿਆਂ ਦੇ ਵਿੱਚੋਂ ਆਪਣੀਆਂ ਸਾਰੀਆਂ ਸਰਗਰਮੀਆਂ ਬੰਦ ਕਰੇ। ਨਾਲ ਜਿਹੜਾ ਚੋਣ ਲੜਨ ਦਾ ਉਹਨੇ ਆਪਣਾ ਚਲਾ ਛੱਡਿਆ ਅਭਿਆਨ, ਉਹਨੂੰ ਤੁਰਤ ਐਲਾਨੀ ਬਿਲਕੁਲ ਆ ਕੇ ਟੀਵੀ ਜਾਂ ਰੇਡੀਓ ਦੇ ਉੱਤੇ ਜਾਂ ਪ੍ਰੈਸ ਦੇ ਵਿੱਚ ਆ ਕੇ ਐਲਾਨ ਕਰੇ ਕਿ ਮੈਂ ਚੋਣ ਨਹੀਂ ਲੜੂੰਗੀ। ਜੇ 48 ਘੰਟਿਆਂ ਦੇ ਵਿੱਚ ਉਹਨਾਂ ਦਾ ਜਵਾਬ ਨਾ ਆਇਆ ਤਾਂ ਫਿਰ ਪਾਰਟੀ ਸਮਝੂਗੀ ਕਿ ਬੀਬੀ ਜੀ ਕੋਈ ਵੀ ਡਿਸਪਲਿਨ ਮੰਨਣ ਨੂੰ ਤਿਆਰ ਨਹੀਂ। ਫਿਰ ਉਹਦੇ ਖਿਲਾਫ ਸਖਤ ਤੋਂ ਸਖਤ ਜਿੰਨੀ ਕਾਰਵਾਈ ਕਰ ਸਕਦੀ ਹੋਈ ਪਾਰਟੀ 48 ਘੰਟਿਆਂ ਤੋਂ ਬਾਅਦ ਪਾਰਟੀ ਕਰੇਗੀ। ਉਹਦੇ ਖਿਲਾਫ ਬਣਦੀ ਕਾਰਵਾਈ ਜਿਹੜੀ ਪੂਰੀ ਸਖਤੀ ਦੇ ਨਾਲ ਪਾਰਟੀ ਪੇਸ਼ ਆਏਗੀ। ਤਾਂ ਸਿਕੰਦਰ ਸਿੰਘ ਮਲੂਕਾ ਦੇ ਬਿਆਨ ਤੇ ਇਸ਼ਾਰਾ ਸਾਫ਼, ਸੰਕੇਤ ਸਾਫ਼ ਨੇ ਕਿ ਬੀਬੀ ਜਗੀਰ ਕੌਰ ਦੇ ਖਿਲਾਫ ਹੋਰ ਕਰੜਾ ਐਕਸ਼ਨ ਹੋਏਗਾ। ਸਸਪੈਂਡ ਕਰ ਦਿੱਤਾ ਗਿਆ। 48 ਘੰਟਿਆਂ ਦੇ ਵਿੱਚ ਜੇ ਜਵਾਬ ਨਹੀਂ ਪਹੁੰਚਿਆ, ਤਸੱਲੀ ਬਖਸ਼ਣਾ ਹੋਇਆ ਤਾਂ ਫਿਰ ਬਰਖਾਸਤਗੀ ਵਰਗਾ ਵੀ ਕਦਮ ਚੁੱਕਿਆ ਜਾ ਸਕਦਾ। ਹੋਰ ਕਰੜਾ ਐਕਸ਼ਨ ਇਹੀ ਮੰਨਿਆ ਜਾ ਰਿਹਾ ਹੈ। ਪਰ ਇਸ ਸਭ ਦੇ ਵਿਚਾਲੇ ਇੱਕ ਬਿਆਨ ਵੀ ਖੂਬ ਚਰਚਾ ਦੇ ਵਿੱਚ ਹੈ। ਇਹ ਬਿਆਨ ਦਿੱਤਾ ਗਿਆ ਮਹੇਸ਼ ਚੰਦਰ ਸਿੰਘ ਗਰੇਵਾਲ ਦੇ ਵੱਲੋਂ। ਅਕਾਲੀ ਦਲ ਦੇ ਸੀਨੀਅਰ ਆਗੂ ਨੇ, ਸਾਬਕਾ ਮੰਤਰੀ ਨੇ ਤੇ ਇਸ ਬਿਆਨ ਨੂੰ ਵਿਵਾਦਾਂ ਭਰਿਆ ਬਿਆਨ ਵੀ ਮੰਨਿਆ ਜਾ ਰਿਹਾ। ਜਦ ਚੇਅਰਮੈਨ ਟੈਲੀਫੋਨ ਕਰਦਾ ਬੀਬੀ ਜੀ ਲਈ ਥਾਂ ਥਾਂ ਤੇ ਪਿੱਛੇ ਆ ਹਲੇ ਉਹ ਪੰਜਾਬੀ ਦੀ ਕਹਾਵਤ ਆ ਨਾ, ਚੱਕੀ ਹੋਈ ਨੰਬਰਾਂ ਦੇ ਥਾਣੇਦਾਰ ਦੇ ਬਰਾਬਰ ਬੋਲੇ। ਮੈਨੂੰ ਗੱਲ ਦੱਸ ਦਿਓ ਤੁਸੀਂ ਇਹ ਲਾਲਪੁਰਾ ਸਾਹਿਬ ਸਪੈਸੀਫਿਕਲੀ ਬੀਬੀ ਜਗੀਰ ਕੌਰ ਨੂੰ ਵੋਟਾਂ ਪਾਉਣ ਦੀ ਅਪੀਲ ਕਰ ਰਹੇ ਸੀ। ਤੁਹਾਨੂੰ ਪਤਾ ਇੱਕੋ ਮਿਨੋਰਟੀ ਕਮਿਸ਼ਨ ਹੈ, ਇੱਕੋ ਚੇਅਰਮੈਨ ਹੈ। ਮੈਂ ਸ਼ਾਇਦ ਨਾਂ ਲੈਣਾ ਨਾ ਪਸੰਦ ਕਰਦਾ ਹੋਵਾਂ, ਹੈ ਜੀ। 10 ਵਾਰੀ ਲੈ ਦਿੰਦਾ। ਸਰਦਾਰ ਇਕਬਾਲ ਸਿੰਘ ਲਾਲਪੁਰਾ, ਸਾਬਕਾ ਪੰਜਾਬ ਪੁਲਿਸ ਅਫਸਰ। ਹੋਰ ਦੱਸੋ ਪਿੱਛੇ ਚੁੱਕਣ ਵਾਲੀ ਉਹ ਹੈ। ਜਦ ਚੇਅਰਮੈਨ ਟੈਲੀਫੋਨ ਕਰਦਾ ਬੀਬੀ ਜੀ ਲਈ ਥਾਂ ਥਾਂ ਤੇ ਪਿੱਛੇ ਆ ਹਲੇ ਉਹ ਪੰਜਾਬੀ ਦੀ ਕਹਾਵਤ ਆ ਨਾ, ਚੱਕੀ ਹੋਈ ਨੰਬਰਾਂ ਦੇ ਥਾਣੇਦਾਰ ਦੇ ਬਰਾਬਰ ਬੋਲੇ। ਮੈਨੂੰ ਗੱਲ ਦੱਸ ਦਿਓ ਤੁਸੀਂ ਇਹ ਲਾਲਪੁਰਾ ਸਾਹਿਬ ਸਪੈਸੀਫਿਕਲੀ ਬੀਬੀ ਜਗੀਰ ਕੌਰ ਨੂੰ ਵੋਟਾਂ ਪਾਉਣ ਦੀ ਅਪੀਲ ਕਰ ਰਹੇ ਸੀ। ਤੁਹਾਨੂੰ ਪਤਾ ਇੱਕੋ ਮਿਨੋਰਟੀ ਕਮਿਸ਼ਨ ਹੈ, ਇੱਕੋ ਚੇਅਰਮੈਨ ਹੈ। ਮੈਂ ਸ਼ਾਇਦ ਨਾਂ ਲੈਣਾ ਨਾ ਪਸੰਦ ਕਰਦਾ ਹੋਵਾਂ, ਹੈ ਜੀ। 10 ਵਾਰੀ ਲੈ ਦਿੰਦਾ। ਸਰਦਾਰ ਇਕਬਾਲ ਸਿੰਘ ਲਾਲਪੁਰਾ, ਸਾਬਕਾ ਪੰਜਾਬ ਪੁਲਿਸ ਅਫਸਰ। ਹੋਰ ਦੱਸੋ। ਖੈਰੇ ਪੰਜਾਬੀ ਦੀ ਕਹਾਵਤ ਆਮ ਤੌਰ ਤੇ ਕਈ ਥਾਵਾਂ ਦੇ ਉੱਤੇ ਲੋਕ ਵਰਤਦੇ ਨੇ, ਜਿਸ ਦੇ ਵਿੱਚ ਜ਼ਿਕਰ ਕੀਤਾ ਜਾਂਦਾ ਹੈ ਕਿ ਚੱਕੀ ਹੋਈ ਨੰਬਰਦਾਰਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ। ਪਰ ਬੀਬੀ ਜਗੀਰ ਕੌਰ ਦੇ ਮੁੱਦੇ ਦੇ ਉੱਤੇ ਸਵਾਲ ਦਾ ਜਵਾਬ ਦੇ ਰਹੇ ਸੀ ਮਹੇਸ਼ ਚੰਦਰ ਗਰੇਵਾਲ, ਤਾਂ ਉਸ ਨੂੰ ਲੈ ਕੇ ਸਵਾਲ ਜ਼ਰੂਰ ਉੱਠ ਰਹੇ ਨੇ। ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਗੱਲ ਮਾਈਨਿੰਗ ਦੀ। ਬਾਰਡਰ ਦੇ ਨੇੜੇ ਮਾਈਨਿੰਗ ਨੂੰ ਲੈ ਕੇ ਕੌਮੀ ਸੁਰੱਖਿਆ ਦੇ ਮੱਦੇਨਜ਼ਰ ਹੁਣ ਕੁਝ ਸ਼ਰਤਾਂ ਲਗਾ ਦਿੱਤੀਆਂ ਗਈਆਂ।
ਤੇ ਬਾਰਡਰ ਨੇੜੇ ਮਾਈਨਿੰਗ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ, ਜਿਸ ਤੋਂ ਬਾਅਦ ਹੁਣ ਬਾਰਡਰ ਦੇ 5 ਕਿਲੋਮੀਟਰ ਤੱਕ ਦੇ ਦਾਇਰੇ ਦੇ ਵਿੱਚ ਮਾਈਨਿੰਗ ਕਰਨ ਦੇ ਲਈ ਫੌਜ ਤੋਂ NOC ਲੈਣੀ ਹੋਵੇਗੀ। ਜਿਹੜਾ ਪੈਰਾਮੀਟੀਰੀਆ ਸੈੱਟ ਕੀਤਾ ਸੁਪਰੀਮ ਕੋਰਟ ਨੇ ਔਰ ਮਿਨਿਸਟਰੀ ਆਫ এনवायरमेंट ਤੋਂ ਜਿਹੜੀਆਂ ਕਲੀਅਰੈਂਸਸ ਚਾਹੀਦੀਆਂ, ਆਰਮੀ ਤੋਂ ਚਾਹੀਦੀਆਂ, ਇਵਨ ਮਿਨਿਸਟਰੀ ਆਫ ਹੋਮ ਤੋਂ ਚਾਹੀਦੀਆਂ, ਇੰਡੀਅਨ डिफेंस मिनिस्ट्री तो भी चाहिए, since we are dealing with an issue relating to the international border. ਬਾਰਡਰ ਦੇ 5 ਕਿਲੋਮੀਟਰ ਦੇ ਦਾਇਰੇ 'ਚ ਕ੍ਰਸ਼ਰ ਸਾਈਟਸ ਤੇ ਪੂਰਨ ਪਾਬੰਦੀ ਨੂੰ ਪ੍ਰਵਾਨਗੀ ਨਹੀਂ ਹੈ ਤੇ 1 ਕਿਲੋਮੀਟਰ ਦੇ ਦਾਇਰੇ 'ਚ ਖਣਨ ਦੇ ਉੱਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। It is a highly sensitive, high risk area for our nation. ਜਿਹੜੀਆਂ ਕੰਡੀਸ਼ਨਸ ਆਰਮੀ ਦੀਆਂ, they have to be followed in toto. They have to follow what the clearances say. ਦੱਸ ਦਈਏ ਕਿ ਸ਼ਰਤਾਂ ਕੌਮੀ ਸੁਰੱਖਿਆ ਦੇ ਮੱਦੇਨਜ਼ਰ ਲਗਾਈਆਂ ਗਈਆਂ ਨੇ। ਤਾਂ 5 ਕਿਲੋਮੀਟਰ ਦੇ ਇਲਾਕੇ ਦੇ ਵਿੱਚ ਜੋ ਬਿਲਕੁਲ ਬਾਰਡਰ ਦੇ ਨਾਲ ਲੱਗਦਾ, ਤਾਂ ਉੱਥੇ ਹੁਣ ਜਿਹੜੀ ਪਾਬੰਦੀ ਲਗਾਈ ਗਈ ਹੈ ਕਿ ਤੁਸੀਂ ਖੁੱਲ ਕੇ ਉੱਥੇ ਮਾਈਨਿੰਗ ਨਹੀਂ ਕਰ ਸਕਦੇ ਬਿਨਾਂ ਇਜਾਜ਼ਤ ਤੋਂ। ਉਧਰ ਬੀਤੇ ਦਿਨੀ ਜਲੰਧਰ ਤੋਂ 8 ਘੰਟੇ ਦੇ ਆਪਰੇਸ਼ਨ, ਕਰੀਬ 8 ਘੰਟੇ ਦੇ ਆਪਰੇਸ਼ਨ ਤੋਂ ਬਾਅਦ ਕਾਬੂ ਕੀਤੇ ਗਏ ਗੈਂਗਸਟਰਾਂ ਤੋਂ ਪੁੱਛ ਪੜਤਾਲ ਹੋ ਰਹੀ ਹੈ। ਵੱਡੇ ਖੁਲਾਸੇ ਹੋਏ ਨੇ ਤੇ ਇਹਨਾਂ ਨੂੰ ਵੀ ਵਿਦੇਸ਼ ਦੇ ਵਿੱਚ ਬੈਠਾ ਗੈਂਗਸਟਰ ਲੰਡਾ ਤੇ ਅੱਤਵਾਦੀ ਰਿੰਦਾ ਹੀ ਹੁਕਮ ਦੇ ਰਹੇ ਸਨ। ਪੰਜੋ ਹੀ ਖੌਫਨਾਕ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਦੇ ਵਿੱਚ ਸੀ ਤੇ ਇਹਨਾਂ ਦੇ ਨਿਸ਼ਾਨੇ ਦੇ ਉੱਤੇ ਮੋਹਾਲੀ RPG ਅਟੈਕ ਦਾ ਮੁੱਖ ਮੁਲਜ਼ਮ ਜੋ ਨਾਬਾਲਗ ਹੈ ਉਹੀ ਸੀ ਤੇ ਜਾਣਕਾਰੀ ਮੁਤਾਬਕ ਇਹਨਾਂ ਗੈਂਗਸਟਰਾਂ ਨੇ ਦੁਸ਼ਮਣ ਗੈਂਗ ਦੇ ਹੀਰਾ ਸਿੰਘ ਦੇ ਉੱਤੇ ਵੀ ਜਾਨਲੇਵਾ ਹਮਲਾ ਕੀਤਾ ਸੀ। ਵੱਡੇ ਖੁਲਾਸੇ ਸਾਹਮਣੇ ਆ ਰਹੇ ਹਨ ਕਿ ਇਹਦੇ ਵਿੱਚ ਉਹਨਾਂ ਨੇ ਕਿਸ ਤਰ੍ਹਾਂ ਦੀ ਪਲੈਨਿੰਗ ਕੀਤੀ ਹੋਈ ਸੀ। ਜਿਹੜੀ ਪੁੱਛਗਿੱਛ ਸਾਹਮਣੇ ਆ ਰਹੀ, ਜਿਹੜੀ ਸੋਰਸਿਸ ਦੱਸ ਰਹੇ ਹਨ ਕਿ ਹੀਰਾ ਸਿੰਘ ਤੇ ਟੱਟੂ ਸਿੰਘ ਜਿਹੜਾ ਗੈਂਗਸਟਰ ਹੈ ਫਿਰੋਜ਼ਪੁਰ ਦਾ, ਉਹਨੂੰ ਕਤਲ ਕਰਨ ਦਾ ਪੂਰਾ ਜਿਹੜੀ ਸਾਜ਼ਿਸ਼ ਰਚੀ ਜਾ ਰਹੀ ਸੀ। ਇਸ ਦੇ ਨਾਲ ਜਿਹੜਾ RPG ਅਟੈਕ 'ਚ ਜਿਹੜਾ ਨਾਬਾਲਿਗ ਹੈ ਉਹਦੇ ਵੀ ਮਰਡਰ ਦੀ ਜਿਹੜੀ ਸਾਜ਼ਿਸ਼ ਹੈ ਉਹ ਕੀਤੀ ਜਾ ਰਹੀ ਸੀ। 8 ਘੰਟੇ ਦੀ ਆਪਰੇਸ਼ਨ ਤੋਂ ਬਾਅਦ ਕੁੱਲ 5 ਗੈਂਗਸਟਰਸ ਨੂੰ ਕਮਾਦ ਦੇ ਖੇਤਾਂ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਹਨਾਂ ਦੇ ਵਿੱਚ ਸ਼ਾਰਪ ਸ਼ੂਟਰ ਲਵਪ੍ਰੀਤ ਚੀਨੀ ਵੀ ਸ਼ਾਮਲ ਹੈ ਤੇ ਇਹ ਪੰਜਾਬ ਪੁਲਿਸ ਤੋਂ ਬਰਖਾਸਤ ਸਿਪਾਹੀ ਹੈ ਜੋ ਕਿ ਸਭ ਨੂੰ ਲੀਡ ਕਰ ਰਿਹਾ ਸੀ ਤੇ ਇਹਨਾਂ ਦੇ ਟਾਰਗੇਟ ਦੇ ਉੱਤੇ ਕਈ ਹਿੰਦੂ ਆਗੂ ਵੀ ਸੀ। ਤਾਂ ਇੱਕ ਵੱਡਾ ਪਲਾਨ ਤਾਂ ਫੇਲ ਕਰ ਦਿੱਤਾ ਗਿਆ ਹੈ। 5 ਗ੍ਰਿਫਤਾਰ ਹੋਏ ਸੀ, ਇੱਕ ਭੱਜਣ ਦੇ ਵਿੱਚ ਕਾਮਯਾਬ ਰਿਹਾ ਸੀ ਤੇ ਇਹਨਾਂ ਦੇ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਸਨ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਹਰਿਆਣਾ ਪੰਚਾਇਤ ਚੋਣਾਂ ਦੇ ਵਿੱਚ VOTING ਦੇ ਸਮੇਂ ਕਈ ਥਾਵਾਂ ਦੇ ਉੱਤੇ ਹਿੰਸਾ ਹੋਈ। ਨੂੰਹ ਦੇ ਵਿੱਚ 2 ਧਿਰਾਂ ਦੇ ਵਿੱਚ ਪਥਰਾਅ ਹੋਇਆ, ਗੋਲੀ ਚੱਲ ਗਈ ਤਾਂ ਝੱਜਰ ਦੇ ਵਿੱਚ ਤਾਂ EVM ਹੀ ਤੋੜ ਦਿੱਤੀ ਗਈ। ਨੂੰਹ ਜ਼ਿਲ੍ਹੇ ਦੇ ਚਾਂਦੜਾਕਾ ਪਿੰਡ ਦੇ ਵਿੱਚ ਬੂਥ ਨੰਬਰ 65 ਦੇ ਉੱਤੇ VOTING ਦੇ ਦੌਰਾਨ ਜੰਮ ਕੇ ਪੱਥਰ ਚੱਲੇ। ਇਸ ਦੌਰਾਨ ਫਾਇਰਿੰਗ ਵੀ ਹੋ ਗਈ। ਕੁਝ ਦੇਰ ਦੇ ਲਈ VOTING ਰੁਕੀ ਸੀ ਪਰ ਬਾਅਦ ਦੇ ਵਿੱਚ ਭਾਰੀ ਪੁਲਿਸ ਬਲ ਦੀ ਤੈਨਾਤੀ ਤੋਂ ਬਾਅਦ VOTING शुरू हुई। इस प्रकार के इंसिडेंट्स मेवात में जो है वो पहले के इलेक्शंस में भी रिपोर्टेड हुए हैं और देयर इज नो मेजर इंसिडेंट ऑफ वायलेंस एंड द पोल प्रोसेस इज नॉट एट ऑल अफेक्टेड इन एनी ऑफ द बूथ्स। द पोल इज गोइंग ऑन स्मूथली। दीज आर द माइनर जो है जो एंटी सोशल एलिमेंट्स होते हैं वो लोग कुछ कर रहे हैं वायलेंस, जिसको हम टैकल कर रहे हैं। उधर झज्जर ਦੇ ਜਾਹਿਦਪੁਰ ਪਿੰਡ ਦੇ ਵਿੱਚ VOTING ਦੇ ਦੌਰਾਨ 2 ਧਿਰਾਂ ਦੇ ਵਿੱਚ ਝਗੜਾ ਹੋ ਗਿਆ। ਇਸ ਝਗੜੇ 'ਚ EVM ਤੱਕ ਟੁੱਟ ਗਈ ਅਤੇ ਦੋਵੇਂ ਧਿਰਾਂ ਦੇ ਵਿੱਚ ਜੰਮ ਕੇ ਕੁਰਸੀਆਂ ਤੇ ਡੰਡੇ ਚੱਲੇ। ਝਗੜੇ ਦਾ ਲਾਈਵ ਵੀਡੀਓ ਵੀ ਸਾਹਮਣੇ ਆਇਆ ਜਿਸ ਦੇ ਵਿੱਚ ਦੋਵੇਂ ਧਿਰਾਂ ਆਪਸ ਦੇ ਵਿੱਚ ਇੱਕ ਦੂਜੇ ਉੱਤੇ ਕੁਰਸੀਆਂ ਤੇ ਡੰਡੇ ਵਰਾਉਂਦੇ ਹੋਏ ਨਜ਼ਰ ਆ ਰਹੇ ਨੇ। ਤਾਂ ਪੰਚਾਇਤੀ ਯਾਨੀ ਕਿ ਜਿਹੜੀਆਂ ਸਥਾਨਕ ਚੋਣਾਂ ਹੁੰਦੀਆਂ ਨੇ ਉਸ ਦੇ ਵਿੱਚ ਇਸ ਤਰੀਕੇ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ। ਜਦੋਂ EVM ਨੂੰ ਹੀ ਤੋੜ ਦਿੱਤਾ ਜਾਵੇ ਫਿਰ ਫਰਕ ਤਾਂ ਪੈਂਦਾ ਹੈ। ਉਧਰ ਗੁਰੂਗ੍ਰਾਮ ਦੇ ਫਾਰੂਕ ਨਗਰ ਇਲਾਕੇ ਦੇ ਵਿੱਚ ਇੱਕ ਮਹਿਲਾ ਚੋਰ ਦੀ ਲੋਕਾਂ ਨੇ ਕੁੱਟਮਾਰ ਕਰ ਦਿੱਤੀ। ਕਾਫੀ ਦੇਰ ਤੱਕ ਵਿਚਾਲੇ ਬਾਜ਼ਾਰ ਦੇ ਹੀ ਮਹਿਲਾ ਦੇ ਨਾਲ ਕੁੱਟਮਾਰ ਦਾ ਡਰਾਮਾ ਚੱਲਦਾ ਰਿਹਾ। ਇਸ ਤੋਂ ਬਾਅਦ ਜਨਤਾ ਨੇ ਮੁਲਜ਼ਮ ਮਹਿਲਾ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਦੱਸਿਆ ਜਾ ਰਿਹਾ ਕਿ ਮਹਿਲਾ ਬਰਤਨ ਚੋਰੀ ਕਰਨ ਦੇ ਲਈ ਬਾਜ਼ਾਰ ਆਈ ਸੀ। ਇਸੇ ਦੌਰਾਨ ਕੁਝ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਇਹ ਮਹਿਲਾ ਬੱਚਾ ਚੋਰੀ ਕਰਨ ਦੇ ਇਰਾਦੇ ਨਾਲ ਬਾਜ਼ਾਰ ਆਈ ਹੈ ਅਤੇ ਇਸੇ ਸ਼ੱਕ ਦੀ ਵਜ੍ਹਾ ਦੇ ਨਾਲ ਦੇਖਦੇ ਮਹਿਲਾ ਦੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਗਈ। ਕਾਫੀ ਦੇਰ ਤੱਕ ਕੁੱਟਮਾਰ ਕਰਨ ਤੋਂ ਬਾਅਦ ਮੁਲਜ਼ਮ ਮਹਿਲਾ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ। ਸਥਾਨਕ ਪੁਲਿਸ ਨੇ ਮੁਲਜ਼ਮ ਮਹਿਲਾ ਸੁਨੀਤਾ ਦੇ ਖਿਲਾਫ ਚੋਰੀ ਦਾ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਜਦੋਂ ਪੁਲਿਸ ਨੇ ਮਹਿਲਾ ਨੂੰ ਥਾਣੇ ਲੈ ਜਾ ਕੇ ਪੁੱਛਗਿੱਛ ਕੀਤੀ ਤਾਂ ਉਸਨੇ ਦੱਸਿਆ ਕਿ ਉਹ ਬਾਜ਼ਾਰ ਦੇ ਵਿੱਚ ਬਰਤਨ ਚੋਰੀ ਕਰਨ ਗਈ ਸੀ। ਮਹਿਲਾ ਨੇ ਇਹ ਵੀ ਮੰਨਿਆ
ਪਿਛਲੇ ਕਾਫੀ ਸਮੇਂ ਤੋਂ ਉਹ ਨੇੜੇ ਦੇ ਬਾਜ਼ਾਰਾਂ ਦੇ ਵਿੱਚ ਜਾ ਕੇ ਬਰਤਨ ਅਤੇ ਦੂਜੇ ਸਮਾਨ ਨੂੰ ਚੋਰੀ ਕਰ ਰਹੀ ਸੀ, ਪਰ ਬਾਜ਼ਾਰ ਦੇ ਵਿੱਚ ਮੌਜੂਦ ਲੋਕਾਂ ਨੂੰ ਮੇਰੇ ਉੱਤੇ ਬੱਚਾ ਚੋਰੀ ਦਾ ਕੁਝ ਸ਼ੱਕ ਹੋਇਆ ਤੇ ਇਸ ਵਜ੍ਹਾ ਨਾਲ ਕੁੱਟਮਾਰ ਕਰ ਦਿੱਤੀ ਗਈ। ਖੈਰ ਬਰਤਨ ਚੋਰੀ ਕਰਨ ਦੇ ਇਲਜ਼ਾਮ ਨੇ ਤੇ ਬੱਚਾ ਚੋਰੀ ਕਰਨ ਦਾ ਸ਼ੱਕ ਸੀ ਤੇ ਇਸ ਵਿਚਾਲੇ ਮਹਿਲਾ ਨਾਲ ਕੁੱਟਮਾਰ ਹੋ ਗਈ। ਖੈਰ ਇਲਜ਼ਾਮ ਕੁਝ ਵੀ ਹੋਣ ਪਰ ਸਜ਼ਾ ਦੇਣਾ ਕਾਨੂੰਨ ਦਾ ਕੰਮ ਹੈ, ਅਦਾਲਤਾਂ ਦਾ ਕੰਮ ਹੈ। ਪਰ ਜਦੋਂ ਲੋਕ ਖੁਦ ਆਪਣੇ ਹੱਥਾਂ ਦੇ ਵਿੱਚ ਕਾਨੂੰਨ ਨੂੰ ਲੈ ਲੈਣ ਤੇ ਇੱਕ ਮਹਿਲਾ ਨਾਲ ਕੁੱਟਮਾਰ ਕਰਨ, ਫਿਰ ਫਰਕ ਤਾਂ ਪੈਂਦਾ ਹੈ। ਉਧਰ ਮੈਟਰੋ ਦੇ ਵਿੱਚ ਸਫ਼ਰ ਦੇ ਲਈ ਹੁਣ ਤੁਹਾਨੂੰ ਛੇਤੀ ਹੀ WhatsApp ਦੇ ਜ਼ਰੀਏ ਟਿਕਟ ਮਿਲੇ। WhatsApp ਦੇ ਜ਼ਰੀਏ ਹੀ ਤੁਸੀਂ ਆਪਣੇ ਮੈਟਰੋ ਕਾਰਡ ਨੂੰ ਰੀਚਾਰਜ ਵੀ ਕਰ ਸਕਦੇ ਹੋ। ਇਸ ਸੁਵਿਧਾ ਤੋਂ ਬਾਅਦ ਹੁਣ ਤੁਹਾਨੂੰ ਟਿਕਟ ਦੇ ਲਈ ਲੱਗਣ ਵਾਲੀਆਂ ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਜ਼ਰੂਰਤ ਨਹੀਂ ਹੋਵੇਗੀ। ਫਿਲਹਾਲ ਇਸ ਸਹੂਲਤ ਦੀ ਸ਼ੁਰੂਆਤ बेंगलुरु ਮੈਟਰੋ ਦੇ ਵਿੱਚ ਦਿੱਤੀ ਜਾ ਰਹੀ ਹੈ। सुविधा सिर्फ अभी बेंगलुरु में शुरू हुई है। गाजियाबाद, नोएडा और दिल्ली में तमाम यात्री जो हैं वो रोज मेट्रो से ट्रैवल करते हैं और घंटों घंटों लाइनों में लगते हैं। तो अगर ये सुविधा वहाँ अच्छे से चली तो यहाँ भी लोगों के लिए आसानी हो सकती है। ਇਸ ਸਹੂਲਤ ਭਾਵੇਂ ਹੀ ਹੁਣ ਬੈਂਗਲੁਰੂ ਦੇ ਵਿੱਚ ਸ਼ੁਰੂ ਹੋਈ ਹੋਵੇ, ਪਰ ਇਸ ਸੁਵਿਧਾ ਨੂੰ ਜਲਦ ਹੀ ਹੋਰ ਥਾਵਾਂ ਦੇ ਉੱਤੇ ਵੀ ਸ਼ੁਰੂ ਕੀਤਾ ਜਾ ਸਕਦਾ ਹੈ, ਕਿਉਂਕਿ ਸਭ ਤੋਂ ਜ਼ਿਆਦਾ ਭੀੜ ਦਿੱਲੀ ਅਤੇ ਨੋਇਡਾ ਦੇ ਮੈਟਰੋ ਸਟੇਸ਼ਨਸ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਤਾਂ ਮੈਟਰੋ ਸੇਵਾ ਦਿੱਲੀ ਦੇ ਵਿੱਚ ਤੇ ਖੂਬ ਉੱਥੇ ਭੀੜ ਹੁੰਦੀ ਹੈ। ਜਿੱਥੇ ਵੀ ਮੈਟਰੋ ਹੈ ਉੱਥੇ ਭੀੜ ਵਾਲੀ ਦਿੱਕਤ ਤਾਂ ਜ਼ਰੂਰ ਹੈ, ਖਾਸ ਤੌਰ ਤੇ ਜਦੋਂ ਟਿਕਟ ਲੈਣੀ ਹੋਵੇ। ਤਾਂ ਆਉਣ ਵਾਲੇ ਸਮੇਂ ਦੇ ਵਿੱਚ WhatsApp ਹਰ ਥਾਵਾਂ ਦੇ ਉੱਤੇ ਟਿਕਟ ਵਾਲਾ ਇੱਕ ਆਪਸ਼ਨ ਜ਼ਰੂਰ ਤੁਹਾਨੂੰ ਦੇ ਸਕਦਾ ਹੈ।